हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਟੌਪਿਕ ਹੈ ਪੰਜਾਬੀ ਲਾਜ਼ਮੀ ਦਾ ਵਾਕ ਕੀ ਹੁੰਦਾ ਹੈ ਤੇ ਵਾਕ ਦੀ ਪਰਿਭਾਸ਼ਾ ਤੇ ਵਾਕ ਦੇ ਜਿਹੜੇ ਕਿ ਦੋ ਭਾਗ ਹੁੰਦੇ ਨੇ ਉਦੇਸ਼ ਤੇ ਵਿਦੇ। ਠੀਕ ਹੈ, ਤੇ ਬਣਤਰ ਦੇ ਆਧਾਰ ਤੇ ਵਾਕ ਕਿੰਨੇ ਕਿਸਮਾਂ ਦਾ ਹੁੰਦਾ ਤੇ ਕਾਰਜ ਦੇ ਆਧਾਰ ਤੇ ਵਾਕ ਕਿੰਨੇ ਕਿਸਮਾਂ ਦਾ ਹੁੰਦਾ। ਆਪਾਂ ਸਾਰੇ ਕੁਐਸਚਨਸ ਦੇ ਆਨਸਰ ਇਸ ਵੀਡੀਓ 'ਚ ਕਰਾਂਗੇ, ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਹਾਂਜੀ, ਵਾਕ ਕੀ ਹੁੰਦਾ ਹੈ ਤੇ ਸਟੂਡੈਂਟਸ ਇਹਨਾਂ ਕੁਐਸਚਨਾਂ ਦੇ ਵਿੱਚ ਤੁਹਾਨੂੰ ਸ਼ਾਰਟ ਕੁਐਸਚਨਸ ਵੀ ਜਿਹੜੇ ਕਿ ਐਗਜ਼ਾਮ ਦੇ ਵਿੱਚ ਆਉਂਦੇ ਨੇ ਉਹ ਵੀ ਤੁਹਾਡੇ ਲੌਂਗ ਦੇ ਵਿੱਚ ਕਵਰ ਹੋ ਜਾਣਗੇ। ਹਾਂਜੀ, ਸਭ ਤੋਂ ਪਹਿਲਾ ਕੁਐਸਚਨ ਆਪਣਾ ਹੈ ਕਿ ਵਾਕ ਕੀ ਹੁੰਦਾ ਹੈ। ਠੀਕ ਹੈ, ਹਾਂਜੀ, ਸਭ ਤੋਂ ਪਹਿਲਾਂ ਜਿਹੜੇ ਕਿ ਆਪਾਂ ਮੂੰਹ ਦੇ ਵਿੱਚੋਂ ਬੋਲਦੇ ਹਾਂ ਉਹ ਹੁੰਦੀਆਂ ਨੇ ਧੁਨੀਆਂ। ਠੀਕ ਹੈ, ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹਾ ਜਾਂਦਾ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਆ? ਧੁਨੀ। ਜਦੋਂ ਆਪਾਂ ਬੋਲਦੇ ਹਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਜਿਹੜੀ ਕਿ ਆਵਾਜ਼ਾਂ ਨਿਕਲਦੀਆਂ ਨੇ ਉਹਨੂੰ ਆਪਾਂ ਕਹਿੰਦੇ ਹਾਂ ਧੁਨੀ। ਜਦੋਂ ਆਪਾਂ ਧੁਨੀਆਂ ਦੇ ਮੇਲ ਦੇ ਨਾਲ ਆਪਾਂ ਕੁਛ ਸ਼ਬਦ ਆਪਾਂ ਤੋਂ ਜਿਹੜੇ ਕਿ ਧੁਨੀਆਂ ਦਾ ਜਦੋਂ ਮੇਲ ਹੁੰਦਾ ਤਾਂ ਸ਼ਬਦ ਬਣਦੇ ਨੇ। ਆਪਾਂ ਕਹਿ ਸਕਦੇ ਹਾਂ ਕਿ ਧੁਨੀਆਂ ਦੇ ਮੇਲ ਤੋਂ ਕੀ ਬਣਦੇ ਨੇ? ਸ਼ਬਦ ਬਣਦੇ ਨੇ। ਪਹਿਲਾਂ ਧੁਨੀ ਆਈ, ਫਿਰ ਧੁਨੀਆਂ ਦੇ ਮੇਲ ਤੋਂ ਕੀ ਬਣ ਗਏ? ਸ਼ਬਦ ਬਣ ਗਏ। ਠੀਕ ਹੈ, ਫਿਰ ਉਸ ਤੋਂ ਬਾਅਦ ਸ਼ਬਦਾਂ ਦੇ ਸਮੂਹ ਤੋਂ ਜਦੋਂ ਆਪਾਂ ਨੇ ਸ਼ਬਦ ਜੋੜ ਲਏ। ਠੀਕ ਹੈ, ਜਿਵੇਂ ਆਪਾਂ ਨੇ ਇਹੀ ਸੈਂਟੈਂਸ ਲਿਖਿਆ ਕਿ ਵਾਕ ਕੀ ਹੈ, ਹੈ ਨਾ। ਇਹਦੇ ਵਿੱਚ ਦੇਖੋ ਵਾਕ ਇੱਕ ਸ਼ਬਦ ਹੈ, ਕੀ ਇੱਕ ਸ਼ਬਦ ਹੈ, ਹੁੰਦਾ ਇੱਕ ਸ਼ਬਦ ਹੈ ਇੱਕ ਸ਼ਬਦ ਹੈ। ਠੀਕ ਹੈ, ਜਦੋਂ ਸ਼ਬਦਾਂ ਦੇ ਸਮੂਹ ਤੋਂ ਕੀ ਬਣ ਜੂਗਾ? ਵਾਕੰਸ਼। ਠੀਕ ਹੈ, ਵਾਕੰਸ਼ ਬਣ ਜੂਗਾ ਤੇ ਵਾਕੰਸ਼ ਦੇ ਸਮੂਹ ਤੋਂ ਕੀ ਬਣਦਾ? ਉਪਵਾਕ ਬਣ ਜਾਂਦਾ। ਠੀਕ ਹੈ, ਤੇ ਉਪਵਾਕਾਂ ਦੇ ਸਮੂਹ ਤੋਂ ਅੱਗੇ ਕੀ ਵਾਕ ਬਣ ਜਾਂਦਾ? ਵਾਕ। ਠੀਕ ਹੈ, ਜਾਂ ਆਪਾਂ ਸਿੱਧਾ ਹੀ ਕਹਿ ਸਕਦੇ ਹਾਂ, ਇਹਨੂੰ ਐਵੇਂ ਤੁਸੀਂ ਕਹਿ ਸਕਦੇ ਕਿ ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹਾ ਜਾਂਦਾ ਹੈ। ਧੁਨੀਆਂ ਦੇ ਮੇਲ ਤੋਂ ਸ਼ਬਦ ਬਣਦੇ ਨੇ, ਸ਼ਬਦਾਂ ਦੇ ਮੇਲ ਤੋਂ ਵਾਕੰਸ਼ ਬਣਦੇ ਨੇ ਤੇ ਕਈ ਵਾਰ ਉਪਵਾਕ ਨਹੀਂ ਹੁੰਦਾ, ਸਿੱਧਾ ਹੀ ਵਾਕ ਹੁੰਦਾ। ਠੀਕ ਹੈ, ਤੇ ਆਪਾਂ ਕਹਿ ਸਕਦੇ ਫਿਰ ਵਾਕੰਸ਼ ਦੇ ਮੇਲ ਤੋਂ ਵਾਕ ਬਣਦੇ ਨੇ, ਜਾਂ ਤੁਸੀਂ ਐਂ ਕਹਿ ਸਕਦੇ ਕਿ ਵਾਕੰਸ਼ ਦੇ ਮੇਲ ਤੋਂ ਉਪਵਾਕ ਬਣਦੇ ਨੇ, ਫਿਰ ਉਪਵਾਕਾਂ ਤੋਂ ਵਾਕ ਬਣਦੇ ਨੇ। ਬਟ ਕਈ ਵਾਰ ਸੈਂਟੈਂਸ ਦੇ ਉਪਵਾਕ ਨਹੀਂ ਹੁੰਦਾ, ਸਿੱਧਾ ਹੀ ਵਾਕ ਦਿੱਤਾ ਵਾ ਹੁੰਦਾ। ਠੀਕ ਹੈ, ਉਪਵਾਕ ਜਿਹੜੇ ਕਿ ਅੱਗੇ ਯੋਜਕ ਲਾ ਕੇ ਬਣਾਏ ਹੋਏ ਹੁੰਦੇ ਨੇ ਤਾਂ ਉਹਨਾਂ ਦੇ ਤੋਂ ਅੱਗੇ ਆਪਾਂ ਇੱਕ ਵਾਕ ਬਣਾ ਸਕਦੇ ਹਾਂ। ਠੀਕ ਹੈ, ਸਿੰਪਲ ਤੁਸੀਂ ਦੁਬਾਰਾ ਫਿਰ ਤੋਂ ਰਿਪੀਟ ਕਰਦੇ ਤੁਸੀਂ ਇਹਨੂੰ ਕਿਵੇਂ ਲਿਖਣਾ ਹੈ। ਸਭ ਤੋਂ ਪਹਿਲਾਂ ਕੀ ਲਿਖਣਾ ਕਿ ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹਾ ਜਾਂਦਾ। ਧੁਨੀਆਂ ਦੇ ਮੇਲ ਤੋਂ ਸ਼ਬਦ ਬਣਦੇ ਨੇ, ਸ਼ਬਦਾਂ ਦੇ ਮੇਲ ਤੋਂ ਜਿਹੜੇ ਕਿ ਸਮੂਹ ਤੋਂ ਵਾਕੰਸ਼ ਬਣਦੇ ਨੇ, ਵਾਕੰਸ਼ ਦੇ ਸਮੂਹ ਤੋਂ ਆਪਾਂ ਕਹਿ ਸਕਦੇ ਕਿ ਵਾਕ ਦੀ ਰਚਨਾ ਹੁੰਦੀ ਹੈ। ਤਾਂ ਇਸ ਤਰ੍ਹਾਂ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ। ਵਾਕ ਭਾਸ਼ਾ ਦੀ ਕੀ ਹੈ? ਵੱਡੀ ਤੋਂ ਵੱਡੀ ਇਕਾਈ ਹੈ। ਤੇ ਭਾਸ਼ਾ ਦੀ ਛੋਟੀ ਇਕਾਈ ਕੀ ਹੈ? ਧੁਨੀ। ਭਾਸ਼ਾ ਦੀ ਛੋਟੀ ਇਕਾਈ ਕੀ ਹੈ? ਧੁਨੀ। ਤੇ ਸਾਰਥਕ ਇਹ ਧੁਨੀ ਹੁੰਦੀ ਹੈ ਨਿਰਾਰਥਕ। ਠੀਕ ਹੈ, ਨਿਰਾਰਥਕ ਇਕਾਈ ਹੁੰਦੀ ਹੈ ਧੁਨੀ। ਤੇ ਜੇ ਆਪਾਂ ਸਾਰਥਕ ਬੋਲੀਏ ਫਿਰ ਆਪਾਂ ਸ਼ਬਦ ਹੁੰਦੀ ਹੈ। ਬਟ ਤੁਹਾਨੂੰ ਇੰਨੇ ਸ਼ਾਰਟ ਕੁਐਸਚਨ ਨਹੀਂ ਆਉਣੇ ਹੈਗੇ, ਆਪਾਂ ਵੈਸੇ ਦੱਸ ਰਹੇ ਹਾਂ। ਠੀਕ ਹੈ, ਤਾਂ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕੀ ਆ? ਵਾਕ। ਠੀਕ ਹੈ, ਦੇਖੋ ਹੁਣ ਇਹਨੂੰ ਐਵੇਂ ਜਿਹੜੇ ਕਿ ਤੁਸੀਂ ਇਹਦੇ ਵਿੱਚ ਇੱਕ ਚਾਰਟ ਦੀ ਤਰ੍ਹਾਂ ਐਵੇਂ ਨੂੰ ਤੁਸੀਂ ਲਿਖ ਸਕਦੇ ਹੋ ਵੀ ਧੁਨੀ ਫਿਰ ਸ਼ਬਦ ਬਣੇ, ਫਿਰ ਸ਼ਬਦਾਂ ਤੋਂ ਵਾਕੰਸ਼, ਫਿਰ ਅੱਗੇ ਉਪਵਾਕ, ਫਿਰ ਉਪਵਾਕਾਂ ਤੋਂ ਵਾਕ। ਕਈ ਵਾਰ ਆ ਜਿਹੜੇ ਕਿ ਵਾਕੰਸ਼ ਤੋਂ ਸਿੱਧਾ ਵਾਕ ਬਣ ਜਾਂਦਾ, ਉਪਵਾਕ ਨਹੀਂ ਹੁੰਦਾ। ਠੀਕ ਹੈ, ਹਾਂਜੀ, ਅੱਗੇ ਦੀ ਪਰਿਭਾਸ਼ਾ ਦੇਣੀ ਹੈ। ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ। ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਤੇ ਭਾਸ਼ਾ ਦੀਆਂ ਦੂਜੀਆਂ ਇਕਾਈਆਂ ਜਿਵੇਂ ਸ਼ਬਦ ਹੋ ਗਏ, ਵਾਕੰਸ਼ ਹੋ ਗਏ, ਉਪਵਾਕ ਹੋ ਗਏ, ਇਸੇ ਦੇ ਵਿੱਚ ਹੀ ਸਮਾਈਆਂ ਹੁੰਦੀਆਂ ਨੇ। ਭਾਵ ਕਿ ਵਾਕ ਦੇ ਵਿੱਚ ਹੀ ਸ਼ਬਦ ਹੁੰਦੇ ਨੇ, ਵਾਕੰਸ਼ ਹੁੰਦੇ ਨੇ, ਉਪਵਾਕ ਹੁੰਦੇ ਨੇ, ਇਹ ਸਾਰੇ ਇਹਦੇ ਵਿੱਚ ਹੀ ਹੁੰਦੇ ਨੇ, ਸ਼ਾਮਲ ਹੁੰਦੇ ਨੇ। ਤੇ ਅੱਗੇ ਹੈ ਵਾਕ ਦੇ ਦੋ ਭਾਗ ਕਿਹੜੇ ਕਿਹੜੇ ਹੁੰਦੇ ਨੇ? ਉਦੇਸ਼ ਤੇ ਵਿਦੇ। ਇਹ ਤੋਂ ਤੁਸੀਂ ਸਟੂਡੈਂਟਸ ਵਾਕ ਵਾਲਾ ਕੁਐਸਚਨ ਦੇ ਵਿੱਚ ਵੀ ਇਹਦੇ ਦੋ ਭਾਗ ਐਡ ਕਰ ਸਕਦੇ ਹੋ ਕਿ ਵਾਕ ਦੇ ਦੋ ਭਾਗ ਹੁੰਦੇ ਨੇ, ਉਦੇਸ਼ ਤੇ ਵਿਦੇ। ਕਈ ਵਾਰ ਤੁਹਾਨੂੰ ਅਲੱਗ ਵੀ ਕੁਐਸਚਨ ਆ ਜਾਂਦਾ ਹੁੰਦਾ। ਠੀਕ ਹੈ, ਉਦੇਸ਼ ਤੇ ਵਿਦੇ। ਹਾਂਜੀ, ਉਦੇਸ਼ ਤੇ ਵਿਦੇ ਕੀ ਹੁੰਦੇ ਨੇ? ਜਨਰਲ ਆਪਾਂ ਜਿਵੇਂ ਬੋਲ ਰਹੇ ਹਾਂ, ਆਪਾਂ ਕਹੀਏ ਕਿ ਮੈਂ ਪਹਿਲਾਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਾਹੀਂ ਸਮਝਾਉਂਦੇ ਹਾਂ। ਰਾਮ ਨੇ ਸ਼ਾਮ ਬਾਰੇ ਦੱਸਿਆ। ਸ਼ਾਮ ਬਾਰੇ ਦੱਸਿਆ। ਹੁਣ ਇਹਦੇ ਵਿੱਚ ਉਦੇਸ਼ ਕੀ ਆ? ਉਦੇਸ਼ ਕੀ ਹੁੰਦਾ? ਜਿਹੜਾ ਮੁੱਖ ਵਾਕ ਦਾ ਪਹਿਲਾ ਹਿੱਸਾ ਹੁੰਦਾ, ਵਾਕ ਦਾ ਪਹਿਲਾ ਹਿੱਸਾ ਜਿਹਨੇ ਕਾਰਜ ਕਰ ਰਿਹਾ ਹੁੰਦਾ, ਜਿਹੜਾ ਕੋਈ ਕਾਰਜ ਕਰ ਰਿਹਾ ਹੁੰਦਾ। ਹੁਣ ਇੱਥੇ ਕਾਰਜ ਕੌਣ ਕਰ ਰਿਹਾ? ਰਾਮ ਕਰ ਰਿਹਾ, ਰਾਮ ਨੇ। ਇਹ ਕੀ ਹੋ ਗਿਆ? ਉਦੇਸ਼। ਵਾਕ ਦਾ ਪਹਿਲਾ ਹਿੱਸਾ ਉਦੇਸ਼ ਹੈ, ਵਾਕ ਦਾ ਦੂਜਾ ਹਿੱਸਾ ਵਿਦੇ ਹੁੰਦਾ। ਠੀਕ ਹੈ, ਸਿੰਪਲ ਆਪਾਂ ਕਹਿ ਸਕਦੇ ਹਾਂ ਸਧਾਰਨ ਸ਼ਬਦਾਂ ਵਿੱਚ। ਪਹਿਲਾ ਹਿੱਸਾ ਭਾਵ ਕਿ ਜਿਹੜਾ ਕੋਈ ਕਰਤਾ, ਕੋਈ ਪਹਿਲਾ ਵਾਕ ਦਾ ਉਹ ਭਾਗ ਜਿਹੜਾ
ਕੋਈ ਕੰਮ ਕਰਦਾ, ਆਪਾਂ ਨੂੰ ਦੱਸਦਾ ਕਿ ਇਹ ਚੀਜ਼ ਹੋ ਰਹੀ ਹੈ, ਜਿਹੜੇ ਆਪਾਂ ਨੂੰ ਕੋਈ ਚੀਜ਼ ਦੱਸਦਾ। ਹੁਣ ਰਾਮ ਨੇ ਦੱਸਿਆ ਸ਼ਾਮ ਬਾਰੇ, ਆਪਾਂ ਨੂੰ ਕੌਣ ਦੱਸ ਰਿਹਾ? ਰਾਮ ਦੱਸ ਰਹੇ ਆ। ਆਪਾਂ ਨੂੰ ਜਦੋਂ ਕੋਈ ਸੈਂਟੈਂਸ ਦੇ ਵਿੱਚ ਜਿਹੜਾ ਹਿੱਸਾ ਆਪਾਂ ਨੂੰ ਕੁਝ ਦੱਸੇ ਕਿ ਇਹ ਚੀਜ਼ ਵਾਪਰ ਰਹੀ ਆ, ਉਹ ਕੀ ਹੁੰਦਾ? ਉਦੇਸ਼। ਤੇ ਜੋ ਚੀਜ਼ ਵਾਪਰ ਗਿਆ, ਜੋ ਚੀਜ਼ ਉਹਨੇ ਅੱਗੇ ਡਿਸਕ੍ਰਾਈਬ ਕੀਤੀ ਹੈ, ਉਹ ਕੀ ਆ? ਵਿਦੇ। ਹੁਣ ਉਦੇਸ਼ ਇਹ ਆ, ਤਾਂ ਬਾਕੀ ਸਾਰਾ ਹਿੱਸੇ ਕੀ ਹੋ ਗਿਆ? ਵਿਦੇ। ਵਿਦੇ, ਠੀਕ ਹੈ। ਤੁਸੀਂ ਕਹਿ ਸਕਦੇ ਵੀ ਵਾਕ ਦਾ ਪਹਿਲਾ ਹਿੱਸਾ ਉਦੇਸ਼ ਆ ਤੇ ਵਾਕ ਦਾ ਬਾਕੀ ਹਿੱਸਾ ਕੀ ਆ? ਵਿਦੇ ਆ। ਜੋ ਜਾਂ ਤੁਸੀਂ ਕਹਿ ਸਕਦੇ ਵੀ ਵਾਕ ਦਾ ਉਹ ਹਿੱਸਾ ਜਿਹੜਾ ਸਾਨੂੰ ਕੁਝ ਦੱਸੇ ਕਿ ਕੀ ਚੀਜ਼ ਵਾਪਰ ਰਹੀ ਆ, ਕੌਣ ਕਰ ਰਹੇ ਆ, ਠੀਕ ਆ, ਕੌਣ ਕੋਈ ਕੰਮ ਕਰ ਰਿਹਾ, ਕੀ ਚੀਜ਼ ਵਾਪਰ ਰਹੀ ਹੈ, ਤਾਂ ਉਹ ਕੀ ਆ? ਉਦੇਸ਼ ਆ। ਜੋ ਚੀਜ਼ ਵਾਪਰ ਗਈ ਵਾਕ ਦੇ ਵਿੱਚ ਜਾਂ ਜਿਸ ਬਾਰੇ ਕੁਝ ਦੱਸਿਆ ਗਿਆ, ਠੀਕ ਆ, ਜੋ ਉਸ ਦੇ ਵਿੱਚ ਦੱਸਿਆ ਗਿਆ, ਵਾਕ ਦੇ ਵਿੱਚ ਜੋ ਚੀਜ਼ ਦੱਸੀ ਗਈ ਆ, ਉਹ ਕੀ ਹੋ ਗਿਆ? ਵਿਦੇ। ਹੁਣ ਜਿਵੇਂ ਤੁਸੀਂ ਇਹਨੂੰ ਲਿਖ ਲੈਣਾ, ਅੱਗੇ ਲਿਖਣਾ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੱਸੀ ਸੀ, ਠੀਕ ਹੈ। ਹਾਂਜੀ, ਉਦੇਸ਼ ਵਾਕ ਦਾ ਪਹਿਲਾ ਭਾਗ ਉਦੇਸ਼ ਆ। ਵਾਕ ਦਾ ਪਹਿਲਾ ਭਾਗ ਕੀ ਆ? ਉਦੇਸ਼ ਆ। ਵਾਕ ਦਾ ਉਹ ਭਾਗ ਜਿਸ ਵਿੱਚ ਕਰਤਾ ਨਾਮ ਹੋਵੇ, ਜਾਂ ਤਾਂ ਕਰਤਾ ਹੋਊਗਾ ਉਹਦੇ ਵਿੱਚ, ਜਾਂ ਨਾਮ ਵਾਕੰਸ਼ ਹੋਊਗਾ, ਜਾਂ ਪੜਨਾਮ ਹੋਊਗਾ, ਠੀਕ ਹੈ। ਭਾਵ ਕਿ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਸ ਬਾਰੇ, ਹੁਣ ਜਿਵੇਂ ਆਪਾਂ ਕਹਿ ਦਈਏ ਵੀ ਰਾਮ ਨੇ ਰੋਟੀ ਖਾਧੀ, ਰਾਮ ਨੇ ਰੋਟੀ ਖਾਧੀ। ਹੁਣ ਇਹਦੇ ਵਿੱਚ ਕਿਹਦੇ ਬਾਰੇ ਗੱਲ ਕਰ ਰਹੇ ਹਾਂ? ਆਪਾਂ ਰਾਮ ਬਾਰੇ ਗੱਲ ਕਰ ਰਹੇ ਹਾਂ। ਰਾਮ ਕੀ ਹੈ? ਉਦੇਸ਼ ਹੈ, ਠੀਕ ਹੈ, ਰਾਮ ਨੇ। ਬਾਕੀ ਰੋਟੀ ਖਾਧੀ ਕੀ ਆ? ਵਿਦੇ ਹੈ, ਠੀਕ ਹੈ। ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਜਾਂ ਦੱਸਿਆ ਜਾ ਰਿਹਾ ਉਹ ਕੀ ਆ? ਉਦੇਸ਼ ਹੈ। ਤੇ ਵਿਦੇ ਕੀ ਆ? ਇਹਨੂੰ ਆਪਾਂ ਕਹਿ ਸਕਦੇ ਇੱਕ ਤਾਂ ਵਾਕ ਦਾ ਦੂਜਾ ਭਾਗ ਹੈ ਵਿਦੇ, ਠੀਕ ਹੈ, ਜਿਸ ਦੇ ਵਿੱਚ ਕੁਝ ਦੱਸਿਆ ਜਾਂਦਾ ਵੀ ਇਹ ਚੀਜ਼ ਐਵੇਂ ਚੀਜ਼ ਵਾਪਰੀ, ਇਹ ਚੀਜ਼ ਐ ਹੋ ਰਹੀ ਹੈ, ਠੀਕ ਹੈ, ਜਿਸ ਵਿੱਚ ਉਸ ਚੀਜ਼ ਬਾਰੇ ਪੂਰਾ ਡਿਸਕ੍ਰਾਈਬ, ਪੂਰਾ ਵਿਸਥਾਰ ਦੇ ਵਿੱਚ ਵਰਣਨ ਕਰਿਆ ਜਾਂਦਾ, ਕੁਝ ਦੱਸਿਆ ਜਾ ਰਿਹਾ ਕਿ ਚੀਜ਼ ਐਵੇਂ ਆ, ਉਹ ਕੀ ਹੋ ਗਿਆ? ਵਿਦੇ। ਜਿਵੇਂ ਇਹਨੂੰ ਤੁਸੀਂ ਐਗਜ਼ਾਮਪਲਾਂ ਦੇ ਰਾਹੀਂ ਜਿਹੜੇ ਕਿ ਵੱਧ ਤੋਂ ਵੱਧ ਦੱਸ ਸਕਦੇ ਹੋ। ਹੁਣ ਦੇਖੋ, ਐਵੇਂ ਇੱਕ ਲਾਈਨ ਬਣਾ ਕੇ ਬਣਾ ਸਕਦੇ ਹੋ, ਉਦੇਸ਼ ਇੱਧਰ ਵਿਦੇ। ਜਿਵੇਂ ਸਾਡਾ ਮੁੰਡਾ, ਇਹ ਕੀ ਆ? ਉਦੇਸ਼। ਵਿਦੇ ਕੀ ਆ? ਆਇਆ, ਠੀਕ ਹੈ। ਮੁੰਡਾ, ਮੈਂ ਤੁਹਾਨੂੰ ਦੱਸਿਆ ਸੀ ਰੋਟੀ ਖਾਂਦਾ ਹੈ, ਮੁੰਡਾ ਰੋਟੀ ਖਾਂਦਾ ਹੈ। ਰਾਮ ਰੋਟੀ ਖਾਂਦਾ ਹੈ, ਠੀਕ ਹੈ। ਜਾਂ ਆਪਾਂ ਕਹਿ ਸਕਦੇ ਕਿ ਰਾਮ, ਜਿਵੇਂ ਆਪਾਂ ਇੱਕ ਹੋਰ ਐਗਜ਼ਾਮਪਲ ਲਿਖਦੇ ਹਾਂ, ਰਾਮ ਪੇਪਰ ਲਿਖ ਰਿਹਾ ਹੈ ਜਾਂ ਕਰ ਰਿਹਾ ਹੈ, ਲਿਖ ਰਿਹਾ ਹੈ। ਹੁਣ ਇਹਦੇ ਵਿੱਚ ਆਪਾਂ ਨੂੰ ਕਿਹਦੇ ਬਾਰੇ ਦੱਸਿਆ ਜਾ ਰਿਹਾ? ਰਾਮ ਬਾਰੇ ਦੱਸਿਆ ਜਾ ਰਿਹਾ। ਜਿਸ ਬਾਰੇ ਆਪਾਂ ਨੂੰ ਦੱਸਿਆ ਜਾ ਰਿਹਾ ਕਿ ਉਹ ਉਦੇਸ਼, ਠੀਕ ਆ, ਉਦੇਸ਼। ਜਾਂ ਆਪਾਂ ਕਹਿ ਸਕਦੇ ਕਿ ਇਹ ਕਰਤਾ, ਇਹ ਕਰਤਾ ਵਾਕ ਦਾ ਪਹਿਲਾ ਹਿੱਸਾ, ਠੀਕ ਹੈ। ਵਾਕ ਦਾ ਪਹਿਲਾ ਹਿੱਸਾ ਉਦੇਸ਼ ਆ। ਵਾਕ ਦਾ ਕਰਤਾ ਜਾਂ ਨਾਮ ਵਾਕੰਸ਼, ਉਹ ਕੀ ਹੋ ਗਿਆ? ਉਦੇਸ਼, ਠੀਕ ਹੈ। ਹੁਣ ਆਪਾਂ ਨੂੰ ਦੱਸਿਆ ਜਾ ਰਿਹਾ ਕਿ ਕਿਹਦੇ ਬਾਰੇ ਦੱਸਿਆ ਜਾ ਰਿਹਾ? ਰਾਮ ਬਾਰੇ ਦੱਸਿਆ ਜਾ ਰਿਹਾ। ਰਾਮ ਕੀ ਕਰ ਰਹੇ ਆ ਅੱਗੇ, ਉਹਦੇ ਬਾਰੇ, ਉਦੇਸ਼ ਦੇ ਬਾਰੇ ਜੋ ਚੀਜ਼ ਆਪਾਂ ਨੂੰ ਦੱਸੀ ਜਾ ਰਹੀ ਵੀ ਇਹ ਚੀਜ਼ ਹੋ ਰਹੀ ਹੈ, ਉਹ ਕੀ ਹੋ ਜਾਊਗਾ? ਵਿਦੇ। ਤਾਂ ਇਹ ਸਾਰਾ ਪੇਪਰ ਲਿਖ ਰਿਹਾ ਹੈ ਕੀ ਹੈ? ਇਹ ਵਿਦੇ। ਵਿਦੇ ਪਿੱਛੇ ਆੜਾ ਵੀ ਪਾ ਦਿੰਦੇ ਹੁੰਦੇ ਨੇ ਕਈ ਵਾਰ, ਕਨਫਿਊਜ਼ ਨਹੀਂ ਹੋਣਾ, ਠੀਕ ਹੈ, ਲਿਖਣ ਦੇ ਵਿੱਚ। ਵਿਦੇ, ਇਹ ਕੀ ਆ? ਵਿਦੇ। ਹੋਰ ਤੁਸੀਂ ਕੋਈ ਵੀ ਐਗਜ਼ਾਮਪਲ ਲਿਖ ਸਕਦੇ ਹੋ, ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਸੀਤਾ ਪੜ੍ਹ ਰਹੀ ਹੈ, ਸੀਤਾ ਕੀ ਹੋ ਗਿਆ? ਉਦੇਸ਼। ਪੜ੍ਹ ਰਹੀ ਹੈ ਕੀ ਆ ਗਿਆ? ਵਿਦੇ ਆ ਗਿਆ। ਜਿੰਨੇ ਮਰਜ਼ੀ ਐਗਜ਼ਾਮਪਲ ਬਣਾ ਦਿਓ। ਜਿਵੇਂ ਮੇਰਾ ਦੋਸਤ, ਇਹ ਕੀ ਆ? ਉਦੇਸ਼ ਆ, ਕਿਉਂਕਿ ਕਿਹਦੇ ਬਾਰੇ ਦੱਸ ਰਿਹਾ ਤੁਸੀਂ? ਕਿਹਦੇ ਬਾਰੇ ਸਾਨੂੰ ਸੈਂਟੈਂਸ ਦੇ ਵਿੱਚ ਦੱਸਿਆ ਜਾ ਰਿਹਾ? ਮੇਰੇ ਦੋਸਤ ਬਾਰੇ ਦੱਸਿਆ ਜਾ ਰਿਹਾ। ਅੱਗੇ ਕਿੱਥੇ ਹੈ? ਅੱਗੇ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਹੈ, ਉਹਦੇ ਬਾਰੇ ਇਹ ਚੀਜ਼ ਦੱਸਤੀ, ਠੀਕ ਆ। ਦੋਸਤ ਬਾਰੇ ਅੱਗੇ ਇਹ ਚੀਜ਼ ਦੱਸਤੀ, ਠੀਕ ਹੈ। ਤਾਂ ਉਹ ਕਿੱਥੇ ਰਹਿੰਦਾ? ਉਹ ਕੀ ਹੋ ਗਿਆ? ਵਿਦੇ। ਭਾਵ ਕਿ ਜਿਹੜਾ ਤੁਹਾਡਾ ਕਰਤਾ ਨਾਮ ਵਾਕੰਸ਼ ਆ, ਪਹਿਲਾ ਭਾਗ ਆ, ਉਹਦੇ ਬਾਰੇ ਜਿਹੜੀ ਚੀਜ਼ ਅੱਗੇ ਵਿਆਖਿਆ ਕਰ ਦਿੱਤੀ ਗਈ ਉਹ ਕੀ ਆ? ਵਿਦੇ ਆ। ਜਿਵੇਂ ਉਹ ਵਿਚਾਰਾ ਭੁੱਖਾ ਮਰ ਗਿਆ, ਇਹਦੇ ਵਿੱਚ ਉਹ ਵਿਚਾਰਾ ਕੀ ਆ ਗਿਆ? ਉਦੇਸ਼ ਆ ਗਿਆ। ਉਹਦੇ ਬਾਰੇ ਕੀ ਦੱਸਿਆ ਗਿਆ? ਭੁੱਖਾ ਮਰ ਗਿਆ, ਉਹ ਵਿਦੇ ਆ ਗਿਆ। ਜਾਂ ਰਾਮ ਮੁਸਕਰਾ ਪਿਆ, ਇਹਦੇ ਵਿੱਚ ਕਿਹਦੇ ਬਾਰੇ ਦੱਸਿਆ ਗਿਆ? ਆਪਾਂ ਨੂੰ ਰਾਮ ਬਾਰੇ ਦੱਸਿਆ ਗਿਆ। ਰਾਮ ਆ ਗਿਆ ਉਦੇਸ਼, ਅੱਗੇ ਮੁਸਕਰਾ ਪਿਆ, ਉਹ ਕੀ ਹੋ ਗਿਆ? ਦਾ ਵਿਦੇ ਹੋ ਗਿਆ। ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਣੀ ਇਹ, ਠੀਕ ਹੈ। ਬਹੁਤ ਹੀ ਈਜ਼ੀ ਟੌਪਿਕ ਹੈ ਉਦੇਸ਼ ਤੇ ਵਿਦੇ। ਤੇ ਤੁਹਾਨੂੰ ਇਹ ਅਲੱਗ-ਅਲੱਗ ਕੁਐਸਚਨਸ ਵੀ ਆ ਸਕਦੇ ਹੁੰਦੇ ਨੇ ਕਿ ਇਸ ਵਾਕ ਦੇ ਵਿੱਚ ਉਦੇਸ਼ ਤੇ ਵਿਦੇ ਦੱਸੋ, ਠੀਕ ਹੈ। ਵਾਕ ਦਾ ਪਹਿਲਾ ਹਿੱਸਾ ਕੀ ਆ? ਉਦੇਸ਼ ਆ। ਜਿਸ ਬਾਰੇ ਕਰਤਾ ਨਾਮ ਵਾਕੰਸ਼ ਜੋ ਆਪਾਂ ਨੂੰ ਚੀਜ਼ ਦੱਸ ਰਿਹਾ ਕਿ ਚੀਜ਼, ਇਹ ਜਿਹੜਾ ਜਣਾ ਜੋ ਆਪਾਂ ਨੂੰ ਦੱਸ ਰਿਹਾ ਵੀ ਇਹ ਚੀਜ਼ ਹੋ ਰਹੀ ਹੈ, ਠੀਕ ਹੈ। ਸਪੋਜ਼ ਦੋ ਜਣੇ ਖੜੇ ਨੇ, ਆਪਸ 'ਚ ਗੱਲਾਂ ਕਰ ਰਹੇ ਨੇ, ਇਹ ਆਪਾਂ ਨੂੰ ਦੱਸ ਰਿਹਾ ਵੀ ਇਹ ਚੀਜ਼ ਵਾਪਰੀ, ਤਾਂ ਜਿਹੜਾ ਆਪਾਂ ਨੂੰ ਦੱਸ ਰਹੇ ਆ ਉਹ ਕੀ ਆ? ਉਦੇਸ਼ ਹੈ, ਠੀਕ ਹੈ। ਜਿਹੜੀ ਚੀਜ਼ ਉਹਨੇ ਦੱਸੀ ਅੱਗੇ, ਕਿਸੇ ਬਾਰੇ ਦੱਸਿਆ ਜਾਂ ਆਪਦੇ ਬਾਰੇ ਦੱਸਿਆ, ਉਹ ਕੀ ਹੋ ਗਿਆ? ਵਿਦੇ ਹੋ ਗਿਆ। ਤੇ ਅੱਗੇ ਹੈ ਵਿਆਕਰਨਿਕ ਇਕਾਈਆਂ। ਵਾਕ ਦੀਆਂ ਜਿਹੜੀ ਕਿ ਵਿਆਕਰਨਿਕ ਇਕਾਈਆਂ 4 ਨੇ। ਇਹ ਤੁਹਾਨੂੰ ਅਲੱਗ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਵਾਕ ਦੀਆਂ ਕਿਹੜੀਆਂ ਵਿਆਕਰਨਿਕ ਇਕਾਈਆਂ ਨੇ, ਕਿਹੜੀਆਂ 4 ਵਿਆਕਰਨਿਕ ਇਕਾਈਆਂ ਨੇ? ਵਾਕ, ਉਪਵਾਕ, ਵਾਕੰਸ਼, ਸ਼ਬਦ, ਠੀਕ ਹੈ। ਵਾਕ, ਉਪਵਾਕ, ਵਾਕੰਸ਼, ਸ਼ਬਦ। ਅੱਗੇ ਹੈ ਹੁਣ ਉਦੇਸ਼ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ? ਸਬਜੈਕਟ। ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹੁੰਦੇ, ਇੱਕ ਸਬਜੈਕਟ ਹੋਗਾ, ਇੱਕ ਪ੍ਰੈਡੀਕੇਟ ਹੁੰਦਾ ਹੈ ਨਾ। ਸਬਜੈਕਟ ਜੋ ਚੀਜ਼ ਆਪਾਂ ਨੂੰ ਮੇਨ ਚੀਜ਼ ਕਰ ਰਹੇ ਆ, ਜਿਹੜੀ ਚੀਜ਼ ਕੋਈ ਐਕਸ਼ਨ ਕਰ ਰਿਹਾ, ਜੋ ਆਪਾਂ ਨੂੰ ਕੋਈ ਚੀਜ਼ ਦੱਸ ਰਿਹਾ, ਉਹ ਸਬਜੈਕਟ ਹੋ ਗਿਆ। ਜੋ ਉਸਨੇ ਅੱਗੇ ਦੱਸਿਆ ਉਹ ਕੀ ਹੋ ਗਿਆ? ਪ੍ਰੈਡੀਕੇਟ ਹੋ ਗਿਆ।
ਅੰਗਰੇਜ਼ੀ ਵਿੱਚ ਉਦੇਸ਼ ਨੂੰ ਆਪਾਂ ਕੀ ਕਹਿੰਦੇ, ਸਬਜੈਕਟ ਕਹਿੰਦੇ, ਵਿਧੇ ਨੂੰ ਕੀ ਕਹਿੰਦੇ, ਪ੍ਰੈਡੀਕੇਟ ਕਹਿੰਦੇ। ਉਦੇਸ਼ ਨੂੰ ਸਬਜੈਕਟ, ਵਿਧੇ ਨੂੰ ਪ੍ਰੈਡੀਕੇਟ, ਠੀਕ ਹੈ। ਤੇ ਸਧਾਰਨ ਪੰਜਾਬੀ ਵਾਕ ਦੇ ਵਿੱਚ ਪਹਿਲਾ ਨਾਂਵ ਜਾਂ ਨਾਂਵ ਵਾਕੰਸ਼ ਵਾਕ ਦਾ ਉਦੇਸ਼ ਹੁੰਦਾ, ਬਾਕੀ ਹਿੱਸਾ ਵਿਧੇ ਹੁੰਦਾ। ਆਮ ਕਰਕੇ ਪੂਰਨ ਵਾਕ ਦੇ ਵਿੱਚ ਜਿਸ ਨਾਂਵ ਨਾਲ ਨੇ ਲੱਗਿਆ ਹੋਵੇ ਉਹ ਵਾਕ ਦਾ ਉਦੇਸ਼ ਹੁੰਦਾ, ਠੀਕ ਹੈ। ਕਈ ਵਾਰ ਜਿਵੇਂ ਆਪਾਂ ਨੇ ਕਿਹਾ ਸੀ ਕਿ ਰਾਮ ਨੇ ਰੋਟੀ ਖਾਧੀ, ਨੇ ਵਾਲਾ ਸਾਰਾ ਕੀ ਹੋ ਜਾਊਗਾ, ਰਾਮ ਨੇ ਵੀ ਵਿੱਚ ਲੈਣਾ, ਉਹ ਕੀ ਹੈ, ਉਦੇਸ਼ ਆ, ਬਾਕੀ ਸਾਰਾ ਵਿਧੇ ਆ। ਅੱਗੇ ਫਿਰ ਤੋਂ ਤੁਹਾਨੂੰ ਇਹ ਅਲੱਗ-ਅਲੱਗ ਕੁਐਸਚਨ ਪੁੱਛੇ ਜਾ ਸਕਦੇ ਨੇ ਕਿ ਵਾਕ ਦੇ ਉਦੇਸ਼ ਤੇ ਵਿਧੇ ਵਿੱਚ ਕਿਹੜੇ-ਕਿਹੜੇ ਤੱਤ ਸ਼ਾਮਲ ਹੁੰਦੇ ਨੇ। ਪਹਿਲਾਂ ਤਾਂ ਇਹੀ ਐਗਜ਼ਾਮਪਲ ਦੇਣੀ ਹੈ ਕਿ ਉਦੇਸ਼ ਕੀ ਹੈ, ਵਿਧੇ ਕੀ ਹੈ, ਠੀਕ ਹੈ। ਐਗਜ਼ਾਮਪਲ ਵੀ ਦੇਣੀ ਹੈ ਤੇ ਨਾਲ ਦੀ ਨਾਲ ਲਿਖਣਾ ਵੀ ਹੈ ਕਿ ਉਦੇਸ਼ ਕੀ ਹੈ, ਵਿਧੇ ਕੀ ਹੈ, ਠੀਕ ਹੈ। ਉਦੇਸ਼ ਕੀ ਹੈ, ਵਿਧੇ ਕੀ ਹੈ, ਜਿਵੇਂ ਮੈਂ ਤੁਹਾਨੂੰ ਲਿਖਿਆ ਹੋਇਆ ਇੱਥੇ, ਇਹ ਲਿਖਿਆ ਹੋਇਆ ਉਦੇਸ਼ ਤੇ ਲਿਖਿਆ ਹੋਇਆ ਵਿਧੇ, ਠੀਕ ਹੈ। ਤੇ ਅੱਗੇ ਫਿਰ ਤੁਸੀਂ ਉਸ ਤੋਂ ਬਾਅਦ ਦੇਣਾ ਹੈ ਇਹਦੇ ਵਿੱਚ ਵੇਰਵਾ, ਵਾਕ ਦਾ ਉਦੇਸ਼ ਕਰਤਾ ਨਾਂਵ ਵਾਕੰਸ਼ ਦਾ ਬਣਿਆ ਹੁੰਦਾ। ਵਾਕ ਭਾਵ ਕਿ ਜਿਹੜਾ ਉਦੇਸ਼ ਹੁੰਦਾ, ਉਦੇਸ਼ ਦੇ ਵਿੱਚ ਨਾਂਵ ਵਾਕੰਸ਼ ਹੁੰਦਾ, ਉਦੇਸ਼ ਦੇ ਵਿੱਚ ਨਾਂਵ ਵਾਕੰਸ਼ ਹੁੰਦਾ। ਤੇ ਜਿਹੜਾ ਵਿਧੇ ਆ, ਵਿਧੇ ਦੇ ਵਿੱਚ ਕਿਰਿਆ ਵਾਕੰਸ਼ ਵੀ ਹੁੰਦਾ, ਕਰਮ ਨਾਂਵ ਵਾਕੰਸ਼ ਵੀ ਹੁੰਦਾ, ਠੀਕ ਹੈ। ਕਿਰਿਆ ਵਾਕੰਸ਼, ਕਰਮ ਨਾਂਵ ਵਾਕੰਸ਼ ਵੀ ਹੁੰਦਾ ਜਿਹੜਾ ਕਿ ਵਿਧੇ ਦੇ ਵਿੱਚ, ਠੀਕ ਹੈ। ਜਿਵੇਂ ਕਿ ਤੁਸੀਂ ਇਹਨੂੰ ਐਗਜ਼ਾਮਪਲਾਂ ਰਾਹੀਂ ਦੇਣਾ, ਠੀਕ ਹੈ। ਇੱਕ ਸਾਈਡ ਤੇ ਲਿਖਣਾ ਇਹਨਾਂ ਵਾਕ, ਫਿਰ ਉਦੇਸ਼, ਫਿਰ ਵਿਧੇ। ਵਿਧੇ ਦੇ ਵਿੱਚ ਹੀ ਕਰਮ ਨਾਂਵ ਵਾਕੰਸ਼, ਕਿਰਿਆ ਵਾਕੰਸ਼ ਆਉਂਦਾ। ਜਿਵੇਂ ਕਿ ਇਹਦੇ ਵਿੱਚ ਪਹਿਲਾ ਐਗਜ਼ਾਮਪਲ ਹੈ ਮੁੰਡਾ ਆਇਆ, ਮੁੰਡਾ ਆਇਆ ਤਾਂ ਮੁੰਡਾ ਕੀ ਆ, ਉਦੇਸ਼ ਹੈ, ਇਹ ਕੀ ਆ, ਨਾਂਵ ਹੈ, ਹਨਾ, ਨਾਂਵ ਵਾਕੰਸ਼ ਹੈ, ਤਾਂ ਮੁੰਡਾ ਹੋ ਗਿਆ, ਠੀਕ ਹੈ। ਫਿਰ ਉਸ ਤੋਂ ਬਾਅਦ ਕਰਮ, ਇਹਦੇ ਵਿੱਚ ਕੁਝ ਹੈ ਨਹੀਂ, ਸਿੱਧਾ ਕਿਰਿਆ, ਕਿਉਂਕਿ ਆਇਆ ਕੀ ਆ, ਕਿਰਿਆ ਆਇਆ। ਅੱਗੇ ਹੈ ਸਾਡਾ ਮੁੰਡਾ ਰੋਟੀ ਖਾਂਦਾ ਹੈ। ਹੁਣ ਕਰਮ ਕੀ ਹੁੰਦਾ ਵੀ ਜਿਹੜਾ ਕੋਈ ਚੀਜ਼ ਆਪਾਂ ਕੰਮ ਕਰ ਰਹੇ ਹਾਂ, ਜਿਵੇਂ ਹੁਣ ਸਪੋਜ਼ ਮੈਂ ਤੁਹਾਨੂੰ ਆਪਣੇ 'ਤੇ ਐਗਜ਼ਾਮਪਲ ਲਾ ਕੇ ਦੇਵਾਂ ਕਿ ਮੈਂ ਤੁਹਾਨੂੰ ਜਿਹੜੇ ਕਿ ਪੰਜਾਬੀ ਪੜ੍ਹਾ ਰਹੀ ਹਾਂ, ਮੈਂ ਕੀ ਹੋ ਗਿਆ, ਠੀਕ ਹੈ, ਮੈਂ ਕੀ ਹੋ ਗਿਆ, ਇਹਦੇ ਵਿੱਚ ਮੈਂ ਉਦੇਸ਼ ਹੋ ਗਿਆ। ਪੰਜਾਬੀ ਮੈਂ ਕੀ ਪੜ੍ਹਾ ਰਹੀ ਹਾਂ ਤੁਹਾਨੂੰ, ਪੜ੍ਹਾ ਰਹੀ ਤਾਂ ਕਿਰਿਆ ਹੋ ਗਈ। ਕਰਮ ਕੀ ਹੋ ਗਿਆ, ਮੈਂ ਕੀ ਕਰ ਰਹੀ ਹਾਂ, ਕੀ ਕੰਮ ਕਰ ਰਹੀ ਹਾਂ, ਪੰਜਾਬੀ ਪੜ੍ਹਾ ਰਹੀ ਹਾਂ, ਤਾਂ ਪੰਜਾਬੀ ਕੀ ਹੋ ਗਿਆ, ਕਰਮ ਹੋ ਗਿਆ, ਠੀਕ ਹੈ। ਇਹ ਐਗਜ਼ਾਮਪਲ, ਕਰਮ ਭਾਵ ਕਿ ਜਿਹੜੀ ਚੀਜ਼, ਜੋ ਕੰਮ ਕੀਤਾ ਜਾ ਰਿਹਾ, ਕਿਸ ਉੱਪਰ ਜਿਹੜਾ ਕੰਮ ਕੀਤਾ ਜਾ ਰਿਹਾ, ਹੁਣ ਮੈਂ ਪੰਜਾਬੀ 'ਤੇ ਕੰਮ ਕਰ ਰਹੀ ਹਾਂ ਤਾਂ ਉਹ ਕੀ ਹੋ ਗਿਆ, ਤੁਹਾਡਾ ਕਰਮ ਹੋ ਗਿਆ। ਜਿਵੇਂ ਸਾਡਾ ਮੁੰਡਾ ਰੋਟੀ ਖਾਂਦਾ ਹੈ, ਇਹਦੇ ਵਿੱਚ ਕੀ ਕਰਮ ਕਰ ਰਿਹਾ, ਉਹ ਰੋਟੀ ਖਾਂਦਾ, ਰੋਟੀ ਕੀ ਹੋ ਗਿਆ, ਕਰਮ ਹੋ ਗਿਆ, ਠੀਕ ਹੈ। ਵੀ ਕੀ ਕੰਮ ਕਰ ਰਿਹਾ ਉਹ, ਰੋਟੀ ਖਾਂਦਾ ਹੈ, ਕਿ ਕਿਰਿਆ ਹੋ ਗਈ। ਸਾਡਾ ਮੁੰਡਾ ਕੀ ਹੋ ਗਿਆ, ਉਦੇਸ਼ ਹੋ ਗਿਆ, ਜਿਹੜਾ ਨਾਂਵ ਵਾਕੰਸ਼ ਹੋ ਗਿਆ। ਅੱਗੇ ਹੈ ਰਾਮ ਗੀਤ ਗਾ ਰਿਹਾ ਹੈ, ਰਾਮ ਕੀ ਹੋ ਗਿਆ, ਕਰਤਾ ਹੋ ਗਿਆ, ਨਾਂਵ ਵਾਕੰਸ਼ ਹੋ ਗਿਆ। ਕੀ ਗਾ ਰਿਹਾ ਹੈ ਉਹ, ਗੀਤ ਗਾ ਰਿਹਾ, ਉਹ ਕਰਮ ਹੋ ਗਿਆ ਉਹਦਾ। ਗਾ ਰਿਹਾ ਅੱਗੇ ਕਿਰਿਆ ਹੋ ਗਈ, ਠੀਕ ਹੈ। ਹਾਂਜੀ, ਤਾਂ ਹੁਣੇ ਤੁਹਾਨੂੰ ਇਹ ਵੀ ਐਗਜ਼ਾਮਪਲ ਪਤਾ ਲੱਗੀ, ਤੁਸੀਂ ਆਪਣੇ ਕੋਲੋਂ ਵੀ ਐਗਜ਼ਾਮਪਲਸ ਜਿਹੜੇ ਕਿ ਬਣਾ ਸਕਦੇ ਹੋ। ਅੱਗੇ ਜਿਵੇਂ ਸੀਤਾ ਕਿਤਾਬ ਪੜ੍ਹ ਰਹੀ ਹੈ, ਠੀਕ ਹੈ। ਸੀਤਾ ਕੀ ਹੋ ਗਿਆ, ਨਾਂਵ ਵਾਕੰਸ਼ ਹੋ ਗਿਆ। ਕਰਮ ਕੀ ਕਰ ਰਹੀ ਹੋ, ਕਿਤਾਬ, ਠੀਕ ਹੈ। ਪੜ੍ਹ ਰਹੀ ਹੈ ਹੋ ਗਿਆ, ਕਿਰਿਆ ਹੋ ਗਿਆ। ਅੱਗੇ ਸਾਡਾ ਸਭ ਤੋਂ ਵੱਡਾ ਮੁੰਡਾ ਮੱਕੀ ਦੀ ਰੋਟੀ ਸਵਾਦ ਨਾਲ ਖਾਂਦਾ ਹੈ, ਤਾਂ ਇਹਦੇ ਵਿੱਚ ਨਾਂਵ ਵਾਕੰਸ਼ ਕੀ ਹੋ ਗਿਆ, ਸਾਡਾ ਸਭ ਤੋਂ ਵੱਡਾ ਮੁੰਡਾ। ਕਰਮ ਕੀ ਖਾਂਦਾ ਉਹ, ਮੱਕੀ ਦੀ ਰੋਟੀ, ਠੀਕ ਆ, ਮੱਕੀ ਦੀ ਰੋਟੀ ਕਰਮ ਹੋ ਗਿਆ। ਕਿਰਿਆ ਵਾਕੰਸ਼ ਹੋ ਗਿਆ, ਸਵਾਦ ਨਾਲ ਖਾਂਦਾ ਹੈ, ਠੀਕ ਹੈ। ਇਹਦੇ ਵਿੱਚ ਹੋਰ ਤੁਸੀਂ ਆਪਣੇ ਕੋਲੋਂ ਵੀ ਐਗਜ਼ਾਮਪਲਸ ਪਾ ਸਕਦੇ ਹੋ ਜਿੰਨੀਆਂ ਮਰਜ਼ੀ, ਠੀਕ ਹੈ। ਐਵੇਂ ਤੁਸੀਂ ਲਿਖਣਾ ਕਰਮ ਕੀ ਹੋ ਗਿਆ, ਵੀ ਜੋ ਉਹ ਕੰਮ ਕਰ ਰਿਹਾ, ਕੀ ਕੰਮ ਕਰ ਰਿਹਾ। ਜਿਵੇਂ ਹੁਣ ਤੁਸੀਂ ਕਹੋ ਕਿ ਤੁਸੀਂ ਜਿਹੜੇ ਕਿ ਪੰਜਾਬੀ ਪੇਪਰ ਦੀ ਤਿਆਰੀ ਕਰ ਰਹੇ ਹੋ, ਠੀਕ ਹੈ। ਤੁਸੀਂ ਕੀ ਹੋ ਗਿਆ, ਨਾਂਵ ਵਾਕੰਸ਼ ਹੋ ਗਿਆ। ਪੰਜਾਬੀ ਪੇਪਰ ਕੀ ਹੋ ਗਿਆ, ਕਰਮ ਹੋ ਗਿਆ। ਕਰ ਰਹੇ ਹੋ ਗਿਆ, ਤਿਆਰੀ ਕਰ ਰਹੇ ਹੋ, ਕੀ ਹੋ ਗਿਆ, ਕਿਰਿਆ ਵਾਕੰਸ਼ ਹੋ ਗਿਆ। ਇਹ ਹਾਂਜੀ। ਅੱਗੇ ਹੈ ਕਿ ਵਾਕ ਦੇ ਉਦੇਸ਼ ਦੇ ਵਿੱਚ ਕੇਵਲ ਕਰਤਾ ਨਾਂਵ ਵਾਕੰਸ਼ ਹੁੰਦਾ, ਲੇਕਿਨ ਵਿਧੇ ਦੇ ਵਿੱਚ ਇਕੱਲਾ ਨਹੀਂ ਆਉਣਾ ਇੱਥੇ, ਠੀਕ ਹੈ। ਵਿਧੇ ਦੇ ਵਿੱਚ ਕਿਰਿਆ ਵਾਕੰਸ਼ ਜਾਂ ਕਰਮ ਵਾਕੰਸ਼ ਤੇ ਕਿਰਿਆ ਨਾਂਵ ਵਾਕੰਸ਼ ਜਿਹੜੇ ਕਿ ਸ਼ਾਮਲ ਹੁੰਦੇ ਨੇ। ਤੇ ਪੰਜਾਬੀ ਦੇ ਸਧਾਰਨ ਵਾਕ ਦੇ ਵਿੱਚ 1 ਤੋਂ ਲੈ ਕੇ 4 ਨਾਂਵ ਵਾਕੰਸ਼ ਹੋ ਸਕਦੇ ਨੇ। ਇਸ ਲਈ ਵਿਧੇ ਦੇ ਵਿੱਚ ਕਿਰਿਆ ਵਾਕ ਦੇ ਨਾਲ ਉਦੇਸ਼ ਨੂੰ ਛੱਡ ਕੇ ਬਾਕੀ ਸਾਰਾ ਜਿਹੜੇ ਕਿ ਨਾਂਵ ਵਾਕੰਸ਼, ਕਿਰਿਆ ਵਾਕ, ਵਿਸ਼ੇਸ਼ਣ, ਇਹ ਸਾਰਾ ਕੁਝ ਸ਼ਾਮਲ ਹੋ ਸਕਦੇ ਨੇ ਵਿਧੇ ਦੇ ਵਿੱਚ। ਇੱਥੇ ਇਕੱਲਾ ਵਰਡ ਨਹੀਂ ਹੈ। ਅੱਗੇ ਹੈਗਾ 4th ਨੰਬਰ ਤੇ ਬਣਤਰ ਦੇ ਆਧਾਰ ਤੇ, ਬਣਤਰ ਜਾਂ ਰੂਪ ਦੇ ਆਧਾਰ ਤੇ ਵਾਕ ਦੀ ਕਿਰਿਆ ਵੰਡ, ਠੀਕ ਹੈ। ਬਣਤਰ ਜਾਂ ਰੂਪ ਦੇ ਆਧਾਰ ਤੇ ਵਾਕ ਦੀ ਵੰਡ। ਵਾਕ ਦੀ ਵੰਡ, ਵਾਕ ਨੂੰ ਆਪਾਂ ਕਿੰਨੇ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਬਣਤਰ ਜਾਂ ਰੂਪ ਦੇ ਆਧਾਰ ਤੇ, ਠੀਕ ਹੈ। 3 ਨੇ, ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ। ਇਹ ਤੁਹਾਨੂੰ ਬਣਾਉਣੇ ਵੀ ਆ ਸਕਦੇ ਨੇ ਕਿ ਸਧਾਰਨ ਵਾਕ ਬਣਾਓ, ਸੰਯੁਕਤ ਵਾਕ ਬਣਾਓ, ਮਿਸ਼ਰਤ ਵਾਕ ਬਣਾਓ। ਤੇ ਕਾਰਜ ਦੇ ਆਧਾਰ ਤੇ ਹੁੰਦੇ ਨੇ ਵਿਅੰਜਨੀ ਵਾਕ, ਜਿਹਦੇ ਵਿੱਚ ਹਾਂ ਤੇ ਨਾ ਵਾਚਕ ਹੁੰਦਾ ਵਾਕ, ਠੀਕ ਹੈ। ਵਿਅੰਜਨੀ ਵਾਕ ਦੇ ਵਿੱਚ ਹਾਂ ਵਾਚਕ, ਨਾ ਵਾਚਕ, ਪ੍ਰਸ਼ਨਵਾਚਕ, ਠੀਕ ਹੈ, ਵਿਸਮੇਵਾਚਕ, ਆਗਿਆਵਾਚਕ, ਇੱਛਾਵਾਚਕ। ਇਹ ਹੋ ਗਏ ਜਾਂ ਕਾਰਜ ਦੇ ਆਧਾਰ ਤੇ ਬਣਤਰ ਜਾਂ ਰੂਪ ਦੇ ਆਧਾਰ ਤੇ ਹੋ ਗਏ 3,
ठीक है। हाँ जी, ਵੰਤਰ ਦੇ ਆਧਾਰ ਤੇ ਜਿਵੇਂ ਸਧਾਰਨ ਵਾਕ ਕੀ ਹੈ, ਇਹ ਆਪਾਂ ਕਰਦੇ ਅੱਗੇ। ਵੰਤਰ ਦੇ ਪੱਖ ਤੋਂ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਜਿਹੜੀ ਸੁਤੰਤਰ ਇਕਾਈ ਹੈ। ਆਪਾਂ ਕਹਿ ਸਕਦੇ ਕਿ ਵਾਕ ਆ ਜਿਹੜੀ ਕਿ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈ, ਤੇ ਵਾਕ ਦੇ ਵਿੱਚ ਵਾਕ ਤੋਂ ਛੋਟੀ ਇਕਾਈ ਕੀ ਕਹਾਉਂਦੀ ਹੈ, ਉਪਵਾਕ ਕਹਾਉਂਦੀ ਹੈ। ਤੇ ਵਾਕ ਤੋਂ ਛੋਟੀ ਕਹਿ ਰਹੇ ਆਪਾਂ, ਵੈਸੇ ਤਾਂ ਛੋਟੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ, ਜਿਹੜੀ ਨਿਰਾਰਥਕ ਉਹ ਧੁਨੀਆਂ ਸਾਰਥਕ ਸ਼ਬਦ ਹੈ। ਹਾਂਜੀ, ਅੱਗੇ ਸਧਾਰਨ ਵਾਕ ਕੀ ਹੁੰਦਾ, ਇਹਦੇ ਵਿੱਚ ਪਰਿਭਾਸ਼ਾ ਦੇਣੀ ਹੈ ਪਹਿਲਾਂ। ਪੂਰਨ ਰੂਪ ਵਾਲੀ ਇੱਕੋ ਕਿਰਿਆ ਵਾਲੇ ਵਾਕ ਨੂੰ, ਜਿਹਦੇ ਵਿੱਚ ਸਿਰਫ ਇੱਕੋ ਕਿਰਿਆ ਹੁੰਦੀ ਹੈ, ਠੀਕ ਹੈ, ਉਹ ਵੀ ਪੂਰਨ ਹੋਵੇ, ਉਹਨੂੰ ਆਪਾਂ ਕਹਿੰਦੇ ਸਧਾਰਨ ਵਾਕ। ਜਿਸ ਵਾਕ ਦੇ ਵਿੱਚ ਇੱਕੋ ਹੀ ਕਿਰਿਆ ਹੋਵੇ, ਉਹ ਪੂਰਨ ਹੋਵੇ, ਉਹਨੂੰ ਆਪਾਂ ਕਹਿੰਦੇ ਸਧਾਰਨ ਵਾਕ। ਜਿਵੇਂ ਆਪਾਂ ਕਹਿ ਦਈਏ ਕਿ ਰਾਮ ਪੜ੍ਹ ਰਿਹਾ ਹੈ, ਇਹਦੇ ਵਿੱਚ ਇੱਕੋ ਕਿਰਿਆ, ਇੱਕੋ ਹੀ ਪੂਰਨ ਕਿਰਿਆ, ਠੀਕ ਹੈ, ਪੜ੍ਹ ਰਿਹਾ, ਸਿੰਪਲ ਆ। ਰਾਮ ਬਾਜ਼ਾਰ ਜਾ ਰਹੇ ਹੈ, ਸਿੰਪਲ ਵਾਕ ਆ, ਸਧਾਰਨ ਵਾਕ ਹੈ, ਠੀਕ ਹੈ। ਤੇ ਵੰਤਰ ਦੇ ਪੱਖ ਤੋਂ ਆਪਾਂ ਕਹਿ ਸਕਦੇ ਕਿ ਸਧਾਰਨ ਵਾਕ ਵਿੱਚ ਕੇਵਲ ਇੱਕ ਹੀ ਉਪਵਾਕ ਹੁੰਦਾ ਹੈ, ਜਾਂ ਕੇਵਲ ਇੱਕ ਹੀ ਉਪਵਾਕ ਹੋਵੇ, ਇਸ ਵਿੱਚ ਇੱਕੋ ਕਿਰਿਆ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਆ, ਇੱਕੋ ਵਾਕੰਸ਼ ਹੋਵੇ ਤੇ ਇੱਕੋ ਹੀ ਕਿਰਿਆ ਪੂਰਨ ਰੂਪ ਵਾਲੀ ਹੋਵੇ, ਉਹਨੂੰ ਆਪਾਂ ਸਧਾਰਨ ਵਾਕ ਕਹਿੰਦੇ ਹਾਂ। ਸਧਾਰਨ ਵਾਕ ਦੇ ਵਿੱਚ ਕਰਤਾ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਲਾਜ਼ਮੀ ਹੈ। ਤੁਸੀਂ ਸਿੰਪਲ ਲਿਖ ਸਕਦੇ ਹੋ। ਪਹਿਲਾਂ ਤਾਂ ਇਹ ਜਿਹੜੇ ਕਿ ਪਰਿਭਾਸ਼ਾ ਕਰਕੇ, ਇਹ ਪਰਿਭਾਸ਼ਾ ਕਰਨ ਤੋਂ ਬਾਅਦ ਫਿਰ ਤੁਸੀਂ ਲਿਖ ਸਕਦੇ ਹੋ ਕਿ ਸਧਾਰਨ ਵਾਕ ਦੇ ਵਿੱਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਇਹਦੇ ਲਾਜ਼ਮੀ ਤੱਤ ਨੇ। ਵੀ ਨਾਂਵ ਵਾਕੰਸ਼ ਹੋਣਾ ਚਾਹੀਦਾ, ਕਰਤਾ ਵਾਕੰਸ਼, ਠੀਕ ਹੈ, ਤੇ ਇੱਕ ਇਹਦੇ ਵਿੱਚ ਕਿਰਿਆ ਹੋਣੀ ਚਾਹੀਦੀ ਹੈ। ਜਿਵੇਂ ਕਿ ਇਹ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਗੀਤਾ ਪੜ੍ਹ ਰਹੀ, ਅੱਗੇ ਜਿਵੇਂ ਉਦਾਹਰਨ ਗੀਤਾ ਪੜ੍ਹ ਰਹੀ ਹੈ, ਇਹਦੇ ਵਿੱਚ ਗੀਤਾ ਕੀ ਹੋ ਗਿਆ, ਨਾਮ ਹੋ ਗਿਆ, ਪੜ੍ਹ ਰਹੀ ਹੈ ਕਿਰਿਆ ਵਾਕੰਸ਼ ਹੋ ਗਿਆ। ਅੱਗੇ ਜਿਹੜੇ ਕਿ ਸਿੰਪਲ ਤੁਸੀਂ ਵਾਕ ਦੇ ਸਕਦੇ ਹੋ ਸਧਾਰਨ ਵਾਕ ਦੇ ਵਿੱਚ, ਜਿਵੇਂ ਕੁੜੀ ਹੁਸ਼ਿਆਰ ਹੈ, ਕੁਲਵੀਰ ਸਿੰਘ ਡਾਕਟਰ ਹੈ, ਰਾਮ ਦੇ ਪਿਤਾ ਜੀ ਅਧਿਆਪਕ, ਮਾਤਾ ਜੀ ਅਧਿਆਪਕ ਹਨ। ਸਿੰਪਲ ਤੁਸੀਂ ਜਿਹੜੇ ਕਿ ਸਧਾਰਨ ਸ਼ਬਦ ਜਿਹੜੇ ਕਿ ਇਹਦੇ ਵਿੱਚ ਉਦਾਹਰਨ ਦੇ ਵਿੱਚ ਦੇ ਸਕਦੇ ਹੋ, ਜਿਹੜੇ ਭਾਵ ਕਿ ਬਿਨਾਂ ਕਿਸੇ ਯੋਜਕ ਦੇ, ਬਿਨਾਂ ਕਿਸੇ ਅਧੀਨ ਯੋਜਕ ਜਾਂ ਜਿਹੜੇ ਕਿ ਸੁਤੰਤਰ ਯੋਜਕ ਦੇ, ਬਿਨਾਂ ਕਿਸੇ ਯੋਜਕ ਦੇ ਜੁੜੇ ਹੋਏ ਹੋਣ, ਠੀਕ ਹੈ, ਸਿੰਪਲ ਵਾਕ ਉਹ ਹੋਣਗੇ ਸਧਾਰਨ ਵਾਕ। ਅਤੇ ਸੰਯੁਕਤ ਵਾਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਜਿਹੜੇ ਕਿ ਯੋਜਕ ਲਗਾ ਕੇ ਜੋੜਦੇ ਹਾਂ, ਜਿਵੇਂ ਕੌਮਾ ਯੋਜਕ ਤੇ, ਠੀਕ ਹੈ, ਕੌਮਾ ਲਗਾ ਕੇ, ਤੇ ਲਗਾ ਕੇ, ਅਤੇ ਲਗਾ ਕੇ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ, ਇਹ ਸਾਰੇ ਜਿਹੜੇ ਕਿ ਯੋਜਕ ਲਗਾ ਕੇ ਜਿਨ੍ਹਾਂ ਨੂੰ ਆਪਾਂ ਬਣਾਉਂਦੇ ਉਹ ਹੁੰਦੇ ਨੇ ਆਪਣੇ ਸੰਯੁਕਤ ਵਾਕ। ਇਹਦੇ ਵਿੱਚ ਪਰਿਭਾਸ਼ਾ ਦੇ ਵਿੱਚ ਜਿਸ ਵਾਕ ਵਿੱਚ ਇੱਕ ਤੋਂ ਜ਼ਿਆਦਾ ਕਿਰਿਆ ਵਾਕੰਸ਼ ਹੋਣ, ਜਿਸ ਵਾਕ ਦੇ ਵਿੱਚ ਇੱਕ ਤੋਂ ਜ਼ਿਆਦਾ ਕਿਰਿਆ ਵਾਕੰਸ਼ ਦੀ ਵਰਤੋਂ ਹੋਵੇ, ਉਹਨੂੰ ਆਪਾਂ ਕਹਿੰਦੇ ਸੰਯੁਕਤ ਵਾਕ, ਠੀਕ ਹੈ। ਵਾਕ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ ਹੁੰਦੇ ਨੇ, ਭਾਵ ਕਿ ਜਿਸ ਵਾਕ ਦੇ ਵਿੱਚ ਦੋ ਉਪਵਾਕ ਹੋਣ ਜਾਂ ਦੋ ਤੋਂ ਵੱਧ ਹੋਣ, ਉਹਨੂੰ ਆਪਾਂ ਕਹਿੰਦੇ ਸੰਯੁਕਤ ਵਾਕ, ਜਿਨ੍ਹਾਂ ਨੂੰ ਆਪਾਂ ਜਿਹੜੇ ਕਿ ਤੇ, ਅਤੇ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ, ਇਹ ਯੋਜਕ ਲਗਾ ਕੇ ਜਿਹੜੇ ਕਿ ਜੋੜਦੇ ਆ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਜਾਂ ਲਾ ਕੇ ਆਪਾਂ ਨੂੰ ਜੋੜਤਾ ਇਹਨੂੰ ਵਾਕ ਨੂੰ, ਠੀਕ ਹੈ। ਰਾਹ ਪਿਆ ਜਾਣੀਏ, ਵਾਹ ਪਿਆ ਜਾਣੀਏ ਸ਼ਬਦ ਨੂੰ ਜਾਂ ਲਾ ਕੇ ਜਿਹੜੇ ਕਿ ਇਹਨਾਂ ਨੂੰ, ਇਹਦੇ ਵਾਕ ਨੂੰ ਆਪਾਂ ਨੇ ਜੋੜਤਾ, ਇਹ ਦੋਨੋਂ ਉਪਵਾਕ ਸੀ, ਨੂੰ ਆਪਾਂ ਜਾਂ ਲਾ ਕੇ ਇੱਕ ਵਾਕ ਬਣਾਤਾ। ਖੁਸ਼ਬੂ ਕਵਿਤਾ ਬੋਲਦੀ ਰਹੀ ਅਤੇ ਮੈਂ ਲਿਖਦੀ ਰਹੀ, ਇਹਨੂੰ ਕਿਹਦੇ ਨਾਲ ਜੋੜਤਾ, ਅਤੇ ਨਾਲ। ਵੈਸੇ ਇਹ ਦੋਨੇ ਅਲੱਗ-ਅਲੱਗ ਵਾਕ ਨੇ, ਖੁਸ਼ਬੂ ਕਵਿਤਾ ਬੋਲਦੀ ਰਹੀ, ਮੈਂ ਲਿਖਦੀ ਰਹੀ, ਅਲੱਗ-ਅਲੱਗ ਨੇ, ਬਟ ਇਹਨੂੰ ਆਪਾਂ ਅਤੇ ਲਾ ਕੇ ਜਿਹੜੇ ਕਿ ਕੀ ਬਣਾਤਾ, ਇਹਨੂੰ ਆਪਾਂ ਨੇ ਸੰਯੁਕਤ ਵਾਕ ਬਣਾਤਾ, ਭਾਵ ਕਿ ਇਹਦੇ ਵਿੱਚ ਦੋ ਉਪਵਾਕ ਹੋ ਗਏ, ਇੱਕ ਇਹ ਵਾਲਾ ਹੋ ਗਿਆ ਤੇ ਇੱਕ ਇਹ ਵਾਲਾ ਹੋ ਗਿਆ, ਇਹਦੇ ਵਿੱਚ ਵੀ ਇੱਕ ਇਹ ਵਾਲਾ ਹੋ ਗਿਆ ਤੇ ਇੱਕ ਇਹ ਵਾਲਾ ਹੋ ਗਿਆ। ਅੱਗੇ ਹੈ ਕਵੀ ਦਰਬਾਰ ਹੋ ਰਿਹਾ ਸੀ ਅਤੇ ਕਵੀ ਕਵਿਤਾ ਬੋਲ ਰਹੇ ਸਨ, ਇਹਦੇ ਵਿੱਚ ਵੀ ਦੋ ਉਪਵਾਕ ਹੋ ਗਏ, ਇੱਕ ਤਾਂ ਕਵੀ ਦਰਬਾਰ ਹੋ ਰਿਹਾ ਸੀ ਇਹ ਹੋ ਗਿਆ, ਇੱਕ ਕਵੀ ਕਵਿਤਾ ਬੋਲ ਰਹੇ ਸਨ ਇਹ ਹੋ ਗਿਆ। ਇਹਨੂੰ ਕਿਹਦੇ ਨਾਲ ਜੋੜਤਾ, ਅਤੇ ਲਾ ਕੇ ਜੋੜਤਾ, ਠੀਕ ਹੈ। ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ, ਇਹਨੂੰ ਕਿਹਦੇ ਨਾਲ ਜੋੜਤਾ, ਅਤੇ ਲਾ ਕੇ। ਬਸ ਤੁਸੀਂ ਇਹ ਸਾਰੇ ਯਾਦ ਰੱਖਣੇ ਨੇ। ਜਦੋਂ ਤੁਹਾਡੇ ਇਹ ਸਾਰੇ ਯਾਦ ਹੋ ਗਏ, ਯੋਜਕ ਵੀ ਕਿਹੜੇ-ਕਿਹੜੇ ਜਿਹੜੇ ਕਿ ਸੰਯੁਕਤ ਵਾਕ 'ਚ ਯੂਜ਼ ਹੁੰਦੇ ਨੇ, ਕਿਹੜੇ-ਕਿਹੜੇ ਮਿਸ਼ਰਤ ਵਾਕ ਦੇ ਵਿੱਚ ਹੁੰਦੇ ਨੇ, ਅਤੇ ਜਦੋਂ ਇਹ ਯੋਜਕ ਨਹੀਂ ਹੋਣਗੇ ਤਾਂ ਉਹ ਵਾਕ ਕਿਹੜਾ ਹੋਊਗਾ, ਸਧਾਰਨ ਹੋਊਗਾ, ਠੀਕ ਹੈ। ਫਿਰ ਤੁਹਾਡਾ ਟੌਪਿਕ ਸਾਰਾ ਕਲੀਅਰ ਹੋ ਜਾਊਗਾ, ਅਤੇ ਤੁਹਾਨੂੰ ਅਲੱਗ-ਅਲੱਗ ਬਣਾਉਣੇ ਵੀ ਆਉਣਗੇ, +2 ਦੇ ਵਿੱਚ ਵੀ ਆਉਂਦੇ ਹੁੰਦੇ ਨੇ, ਠੀਕ ਹੈ। ਨੈਕਸਟ ਹੈ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ, ਇਹਦੇ ਵਿੱਚ ਕਿਹਦੇ ਨਾਲ ਲਾ ਕੇ ਜੋੜਤਾ, ਪਰ ਨਾਲ, ਠੀਕ ਹੈ। ਅੱਗੇ ਹੈਗਾ ਮਿਸ਼ਰਤ ਵਾਕ, ਇੱਥੇ ਆਪਾਂ ਨੇ ਕਿਹਾ ਸੀ ਵੀ ਦੋ ਜਾਂ ਦੋ ਤੋਂ ਵੱਧ, ਠੀਕ ਹੈ। ਹੁਣ ਆ ਗਿਆ ਮਿਸ਼ਰਤ ਵਾਕ, ਇੱਕ ਤੋਂ ਵੱਧ ਕਿਰਿਆ ਵਾਲੇ ਉਪਵਾਕਾਂ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ, ਇੱਕ ਤੋਂ ਵੱਧ, ਠੀਕ ਹੈ, ਇੱਕ ਤੋਂ ਵੱਧ ਕਿਰਿਆ ਵਾਲੇ ਉਪਵਾਕਾਂ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ, ਜਿਸ ਦੇ ਵਿੱਚ ਇੱਕ ਮੁੱਖ ਪ੍ਰਧਾਨ ਉਪਵਾਕ ਹੁੰਦਾ ਤੇ ਬਾਕੀ ਸਾਰੇ ਉਹਦੇ ਅਧੀਨ ਹੁੰਦੇ ਨੇ, ਭਾਵ ਕਿ ਇਹਦੇ ਵਿੱਚ ਇੱਕ ਤਾਂ ਮੁੱਖ ਉਪਵਾਕ ਹੁੰਦਾ, ਬਾਕੀ ਸਾਰੇ ਉਹਦੇ ਅੰਡਰ ਹੁੰਦੇ ਨੇ ਉਪਵਾਕ, ਉਹ ਹੋਊਗਾ ਮਿਸ਼ਰਤ ਵਾਕ। ਆਪਾਂ ਕਹਿ ਸਕਦੇ ਕਿ ਮਿਸ਼ਰਤ ਵਾਕ ਦੀ ਬਣਤਰ ਦੇ ਵਿੱਚ ਇੱਕ ਮੁੱਖ ਉਪਵਾਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਨੇ, ਇਹਦੇ ਵਿੱਚ ਕੀ ਹੁੰਦਾ, ਅਧੀਨ ਉਪਵਾਕ ਹੁੰਦੇ ਨੇ, ਤੇ ਮੁੱਖ ਉਪਵਾਕ ਆ ਜਿਹੜੇ ਕਿ ਸੁਤੰਤਰ ਤੌਰ ਤੇ ਵਿਚਰਨ ਦੀ ਆਪਣੀ ਸਮਰੱਥਾ ਰੱਖਦਾ, ਬਟ ਅਧੀਨ ਉਪਵਾਕ ਆ ਜਿਹੜੇ ਕਿ ਸੁਤੰਤਰ ਨਹੀਂ ਹੁੰਦਾ, ਉਹਦੇ ਅੰਡਰ ਹੀ ਹੁੰਦਾ, ਠੀਕ ਆ, ਮੁੱਖ ਵਾਕ ਦੇ। ਇਹਨਾਂ ਨੂੰ ਕਿਵੇਂ ਜੋੜਦੇ ਆਪਾਂ, ਕਿਉਂਕਿ ਲਾ ਕੇ ਯੋਜਕ ਇਹਨਾਂ ਵਿੱਚ ਮਿਸ਼ਰਤ
ਵਾਕਾਂ ਦੇ ਵਿੱਚ ਜੱਜੇ ਵਾਲੇ ਸਾਰੇ ਯੋਜਕ ਹੁੰਦੇ ਨੇ, ਇੱਕ ਕਿਉਂਕਿ, ਠੀਕ ਹੈ, ਤੇ ਕੀ, ਇਹ ਵਾਲੇ ਕਿਉਂਕਿ, ਕੀ, ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜਦ, ਜੇ, ਠੀਕ ਹੈ, ਕੀ, ਇਹ ਸਾਰੇ ਸ਼ਬਦ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਯੋਜਕ ਲਗਾ ਕੇ ਆਪਾਂ ਕੀ ਬਣਾਉਂਦੇ ਹਾਂ, ਮਿਸ਼ਰਤ ਵਾਕ ਬਣਾਉਂਦੇ ਹਾਂ। ਜਿਵੇਂ ਕਿ ਜਦ ਬਿਪਤਾ ਪਏ ਤਦ ਧੀਰਜ ਰੱਖੋ, ਜਦ ਹੋ ਗਿਆ ਤੇ ਤਦ, ਇਹ ਵਰਡ ਆਪਾਂ ਨੇ ਜੋੜਤਾ। ਹੁਣ ਜਦ ਬਿਪਤਾ ਪਏ ਤਦ ਧੀਰਜ ਰੱਖੋ, ਧੀਰਜ ਰੱਖੋ ਵਾਲਾ ਜਿਹੜਾ ਸੈਂਟੈਂਸ ਆ ਉਹ ਜਿਹੜਾ ਇਹ ਪਹਿਲਾ ਮੁੱਖ ਉਪਵਾਕ ਆ ਉਹਦੇ ਇਹ ਅੰਡਰ ਹੈ, ਇਹ ਸੁਤੰਤਰ ਨਹੀਂ ਹੋ ਸਕਦਾ, ਠੀਕ ਹੈ, ਇਹਦੇ ਅੰਡਰ ਚੱਲ ਰਿਹਾ। ਉਹ ਅੱਜ ਦਫ਼ਤਰ ਨਹੀਂ ਆਇਆ ਕਿਉਂਕਿ ਲਾ ਕੇ ਜੋੜਤਾ, ਕਿਉਂਕਿ ਉਸਦੀ ਧੀ ਦਾ ਵਿਆਹ ਹੈ, ਠੀਕ ਹੈ। ਤੇ ਉਸ ਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ, ਕੀ ਲਾ ਕੇ ਜੋੜਤਾ ਆਪਾਂ ਨੇ, ਠੀਕ ਹੈ। ਤੇ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹ ਹਮੇਸ਼ਾ ਸਫਲ ਹੁੰਦੇ ਹਨ, ਜਿਹੜੇ ਲਾ ਕੇ ਆਪਾਂ ਨੇ ਜਿਹੜੇ ਕਿ ਮਿਸ਼ਰਤ ਵਾਕ ਬਣਾਤਾ। ਤੇ ਚੋਰ ਭੱਜ ਗਿਆ ਜਿਵੇਂ ਲਾ ਕੇ ਬਣਾਤਾ, ਉਸ ਨੇ ਪੁਲਿਸ ਨੂੰ ਵੇਖਿਆ। ਅਧਿਆਪਕ ਨੇ ਕਿਹਾ ਕਿ ਧਰਤੀ ਗੋਲ ਹੈ, ਠੀਕ ਹੈ, ਇਹ ਹੋ ਗਿਆ ਮਿਸ਼ਰਤ ਵਾਕ। ਸੋ ਇਹ ਸੀ ਵਾਕ ਦੀ ਬਣਤਰ ਦੇ ਆਧਾਰ ਤੇ ਜਿਹੜੇ ਕਿ ਬਣਤਰ ਜਾਂ ਆਪਾਂ ਕਹਿ ਸਕਦੇ ਹਾਂ ਰੂਪ ਦੇ ਆਧਾਰ ਤੇ, ਠੀਕ ਹੈ। ਤੇ ਕਾਰਜ ਦੇ ਆਧਾਰ ਤੇ ਬਿਆਨੀਆ ਵਾਕ ਕਿਹੜਾ ਹੁੰਦਾ, ਜਿਹਦੇ ਵਿੱਚ ਹਾਂ ਜਾਂ ਨਾ ਵਾਲੇ ਵਾਕ ਹੋਣ। ਜਿਵੇਂ ਆਪਾਂ ਕਹੀਏ ਵੀ ਹਾਂ ਵਾਲੇ 'ਚ ਰਾਮ ਪੇਪਰ ਲਿਖ ਰਿਹਾ, ਨਾ ਵਾਲੇ 'ਚ ਰਾਮ ਪੇਪਰ ਨਹੀਂ ਲਿਖ ਰਿਹਾ, ਠੀਕ ਹੈ। ਪ੍ਰਸ਼ਨਵਾਚਕ ਜਿਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਵੇ ਕਿ ਆਪਾਂ ਪੁੱਛੀਏ ਕੀ ਰਾਮ ਪੇਪਰ ਲਿਖ ਰਿਹਾ ਹੈ। ਵਿਸਮੇਵਾਚਕ ਜਦੋਂ ਆਪਾਂ ਹੈਰਾਨੀ ਪ੍ਰਗਟ ਕਰਦੇ ਹਾਂ, ਆਪਣੇ ਹੈਰਾਨੀ ਹਾਵ ਭਾਵ ਪ੍ਰਗਟ ਕਰਦੇ ਹਾਂ, ਆਪਾਂ ਕਹੀਏ ਕੀ ਰਾਮ ਪੇਪਰ ਲਿਖ ਰਿਹਾ, ਹੈਰਾਨ ਹੋ ਕੇ ਪੁੱਛੀਏ ਆਪਾਂ, ਠੀਕ ਹੈ। ਜਾਂ ਕੋਈ ਆਪਣੀ ਚਿੰਤਾ ਪ੍ਰਗਟ ਕਰੀਏ ਜਾਂ ਆਪਣੀ ਖੁਸ਼ੀ ਪ੍ਰਗਟ ਕਰੀਏ, ਜਿਵੇਂ ਵਾਹ ਕਿੰਨਾ ਸੋਹਣਾ ਫੁੱਲ, ਠੀਕ ਹੈ, ਹੈਰਾਨੀ ਪ੍ਰਗਟ ਕਰੀਏ। ਜਾਂ ਆਪਾਂ ਕੋਈ ਆਪਣੀ ਕੁਛ ਹਾਵ ਭਾਵ ਪ੍ਰਗਟ ਕਰੀਏ। ਆਗਿਆਵਾਚਕ ਜਦੋਂ ਆਪਾਂ ਵੈਸੇ ਕਿਸੇ ਦੀ ਪਰਮਿਸ਼ਨ ਲੈਣੀ ਤਾਂ ਉਹ ਆਗਿਆਵਾਚਕ ਹੋ ਗਿਆ। ਇੱਛਾਵਾਚਕ ਜਦੋਂ ਆਪਾਂ ਕੋਈ ਇੱਛਾ ਦਰਸਾਉਂਦੇ, ਜਿਵੇਂ ਆਪਾਂ ਕਹੀਏ ਕਾਸ਼ ਮੈਂ ਡਾਕਟਰ ਹੁੰਦਾ, ਕਾਸ਼ ਮੈਂ ਕਰੋੜਪਤੀ ਹੁੰਦਾ, ਠੀਕ ਹੈ, ਇਹ ਵਾਲੇ ਇੱਛਾਵਾਚਕ ਹੋ ਗਏ। ਸੋ ਇਹ ਸੀ ਤੁਹਾਡੇ ਕੁਐਸਚਨਸ, ਬਾਕੀ ਰਹਿੰਦੇ ਹੋਏ ਕੁਐਸਚਨ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕਸ।